धर्म ਅਤੇ ਸਿਆਸਤ ਹਰ ਸਮਾਜ ਦੇ ਅਨਿੱਖੜਵੇਂ ਪਹਿਲੂ ਹਨ, ਪਰ ਸਿਆਸਤ ਦਾ ਜੋ ਗੁੰਝਲਦਾਰ ਨਮੂਨਾ ਭਾਰਤੀ ਸਮਾਜ ਵਿੱਚ ਮਿਲਦਾ ਹੈ, ਸਮੁੱਚੇ ਸੰਸਾਰ ਵਿੱਚ ਇਹ ਅਲੱਗ ਤਰ੍ਹਾਂ ਦਾ ਵਰਤਾਰਾ ਹੈ। ਇਹ ਕਹਿਣਾ ਵੀ ਅਤੀ ਕਥਨੀ ਨਹੀਂ ਹੋਵੇਗਾ ਕਿ ਧਰਮ, ਜਾਤ ਅਤੇ ਸਿਆਸਤ ਦਾ ਖੁਦਗਰਜ਼ ਤੇ ਉਲਝਿਆ ਹੋਇਆ ਜਿਹੜਾ ਰੂਪ ਭਾਰਤੀ ਪ੍ਰਬੰਧ ਅੰਦਰ ਹੈ, ਸ਼ਾਇਦ ਉਹ ਸੰਸਾਰ ਦੇ ਕਿਸੇ ਹੋਰ ਮੁਲਕ ਵਿੱਚ ਮਿਲਣਾ ਸੰਭਵ ਨਹੀਂ। ਮੰਨਿਆ ਜਾਂਦਾ ਹੈ ਕਿ ਧਰਮ ਸਮਾਜ ਦੀ ਨੈਤਿਕਤਾ ਦਾ ਆਧਾਰ ਹੈ ਅਤੇ ਸਿਆਸਤ ਕਿਸੇ ਖੇਤਰ ਵਿੱਚ ਵਿਕਾਸ ਮੁਲਕ ਏਜੰਡਾ ਪ੍ਰਾਪਤ ਕਰਨ ਦਾ ਸਾਧਨ ਹੈ। ਸਿਆਸਤਦਾਨਾਂ ਦੀ ਖੁਦਗਰਜ਼ੀ ਦੀ ਉਪਜ ਵੀ ਕਈ ਵਾਰ ਸਾਹਮਣੇ ਆ ਚੁੱਕੀ ਹੈ। ਬੇਸ਼ੱਕ ਦੁਹਾਈਆਂ ਨੂੰ ਮਾਸ ਦੇ ਰਿਸ਼ਤੇ ਦੀਆਂ ਦਲੀਲਾਂ ਦਿੱਤੀਆਂ ਗਈਆਂ ਹੋਣ, ਧਰਮ ਅਤੇ ਸਿਆਸਤ ਜੋ ਆਪੋ ਆਪਣੇ ਰਾਹ ਚੱਲਣ ਤਾਂ ਸਮਾਜ ਵਿੱਚ ਨੈਤਿਕਤਾ, ਸਹਿਨਸ਼ੀਲਤਾ ਦੇ ਨਾਲ ਵਿਕਾਸ ਦੇ ਮੌਕੇ ਵੀ ਬਰਾਬਰ ਰਹਿੰਦੇ ਨੇ। ਪਰ ਜੇ ਇਹਨਾਂ ਵਿੱਚੋਂ ਕੋਈ ਇੱਕ ਵੀ ਦੂਸਰੇ ਦੀ ਜਗ੍ਹਾ ਲੈਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸਮਾਜ ਦਾ ਅਮਨ, ਚੈਨ ਤੇ ਵਿਕਾਸ ਦੇ ਮੌਕੇ ਖਤਰੇ ਵਿੱਚ ਪੈ ਸਕਦੇ ਨੇ। ਧਰਮ ਮਨੁੱਖ ਦਾ ਮੁੱਢ ਕਦੀਮਾ ਤੋਂ ਹੀ ਨਿੱਜੀ ਮਸਲਾ ਰਿਹਾ ਹੈ ਅਤੇ ਧਰਮ ਦੀ ਪੇਸ਼ਕਾਰੀ ਤੇ ਵਿਆਖਿਆ ਸਦਾ ਹੀ ਜਜ਼ਬਾਤਾਂ ਦੇ ਅਧੀਨ ਰਹੀਆਂ ਨੇ। ਅਸਲ ਵਿੱਚ ਮਨੁੱਖੀ ਜਜ਼ਬਾਤ ਹੀ ਧਰਮ ਦੀ ਹੋਂਦ ਤੇ ਵਿਕਾਸ ਦਾ ਮੂਲ ਆਧਾਰ ਨੇ। ਸਮਾਜ ਦਾ ਦੂਸਰਾ ਅੰਗ ਸਿਆਸਤ ਵੀ ਉਸ ਸਮੇਂ ਤੋਂ ਹੀ ਮਨੁੱਖੀ ਜੀਵਨ ਦਾ ਅੰਗ ਬਣ ਗਿਆ ਜਦੋਂ ਤੋਂ ਦੋ ਮਨੁੱਖਾਂ ਨੇ ਆਪੋ ਆਪਣੀ ਲੋੜ ਪੂਰਾ ਕਰਨ ਦੇ ਲਈ ਇੱਕ ਦੂਜੇ ਦਾ ਸਾਥ ਦੇਣਾ ਸ਼ੁਰੂ ਕੀਤਾ ਸੀ। ਕਬੀਲਾ ਸੱਭਿਆਚਾਰ ਵਿੱਚ ਕਿਸੇ ਮੁਖੀ ਦੀ ਲੋੜ ਵਿੱਚੋਂ ਉਪਜਿਆ ਨੇਤਾਗਿਰੀ ਦਾ ਸੰਕਲਪ ਅੱਜ ਸੱਤਾ ਦੇ ਮੋਹ ਵਿੱਚ ਗਰਾਸਿਆ ਜਾ ਚੁੱਕਾ ਹੈ। ਭਾਰਤ ਵਿੱਚ ਧਰਮ ਅਤੇ ਸਿਆਸਤ ਦਾ ਇੱਕ ਸਰੂਪ ਤਵਾਰੀਖ ਦਾ ਲੰਬਾ ਪੈਂਡਾ ਤੈਅ ਕਰ ਚੁੱਕਾ ਹੈ। ਪਰ ਜੇ ਗੱਲ ਪੈਂਡੇ ਦੀ ਹੋ ਰਹੀ ਹੈ ਤਾਂ ਇਸ ਪੈਂਡੇ ਤੇ ਸਿਆਸੀ ਗਠਬੰਧਨ ਯਾਨੀ ਗੱਠਜੋੜ ਦੀਆਂ ਗੱਲਾਂ ਅਤੇ ਖਬਰਾਂ ਤੋਂ ਕਿਨਾਰਾ ਨਹੀਂ ਕੀਤਾ ਜਾ ਸਕਦਾ। ਆਜ਼ਾਦੀ ਪਿੱਛੋਂ ਜਮਹੂਰੀ ਭਾਰਤ ਦੇ ਹਾਕਮਾਂ ਤੋਂ ਇਹ ਆਸ ਕੀਤੀ ਗਈ ਕਿ ਉਹ ਧਰਮ, ਜਾਤ, ਖੇਤਰ ਅਤੇ ਕੌਮ ਪ੍ਰਸਤੀ ਵਰਗੇ ਰੁਝਾਨਾਂ ਤੋਂ ਮੁਲਕ ਨੂੰ ਮੁਕਤ ਕਰਨਗੇ। ਇਸ ਆਸ ਨੂੰ ਅਮਲੀ ਰੂਪ ਦੇਣ ਦੇ ਲਈ ਸੰਵਿਧਾਨ ਘਾੜਿਆਂ ਨੇ ਕਈ ਮੁਲਕਾਂ ਦੇ ਸੰਵਿਧਾਨ ਦੀ ਪਰਖ ਪੜਚੋਲ ਅਤੇ ਲੰਬੇ ਬਹਿਸ ਮੁਹਾਵਸੇ ਤੋਂ ਬਾਅਦ ਲਚਕੀਲਾ ਸੰਵਿਧਾਨ ਬਣਾਇਆ। ਪਰ ਸੱਟਾ ਕੀ ਨਿਕਲਿਆ, ਕਰਾਂਗੇ ਗੱਲ ਇਸ ਤੇ। ਪਰ ਸਭ ਤੋਂ ਪਹਿਲਾਂ ਗੱਠਜੋੜ ਤੇ ਇੱਕ ਛੋਟੀ ਜੀ ਝਾਤ। ਅਜਿਹਾ ਨਹੀਂ ਕਿ ਗੱਠਜੋੜ ਸਦਾ ਚੱਲਦੇ ਨੇ ਅਤੇ ਲੰਬੇ ਚੱਲਦੇ ਨੇ। ਇਹ ਵੱਖਰੀ ਗੱਲ ਹੈ ਕਿ 1947 ਤੋਂ ਬਾਅਦ UPNDA ਤੀਜਾ ਦਲ ਜਾਂ ਮਹਾਗਠਬੰਧਨ ਅਸਤਿਤਵ 'ਚ ਆਇਆ, ਟੁੱਟਦਾ ਰਿਹਾ, ਜੁੜਦਾ ਰਿਹਾ। ਅਜਿਹਾ ਨਹੀਂ ਕਿ ਗਠਬੰਧਨ ਹਮੇਸ਼ਾ ਚੱਲਦੇ ਰਹੇ। ਆਪੋ ਆਪਣੀ ਜ਼ਰੂਰਤਾਂ ਮੁਤਾਬਕ ਪਾਰਟੀਆਂ ਜੁੜਦੀਆਂ ਰਹੀਆਂ ਤੇ ਪਾਰਟੀਆਂ ਟੁੱਟਦੀਆਂ ਰਹੀਆਂ। CBI, ED ਅਤੇ ਹੋਰ ਏਜੰਸੀਆਂ ਦੇ ਦੁਰਵਰਤੋਂ ਦੇ ਇਲਜ਼ਾਮ ਵੀ ਲੱਗਦੇ ਰਹੇ। ਮੌਜੂਦਾ ਦੌਰ ਵਿੱਚ ਕੀ ਸਿਆਸੀ ਪਾਰਟੀਆਂ ਮੁਲਕ ਵਿੱਚ ਅਯੋਧਿਆ ਵਿਵਾਦ, ਸਬਰੀਵਾਲਾ ਮੰਦਰ, ਸ਼ਹਿਰਾਂ ਤੇ ਰੇਲਵੇ ਸਟੇਸ਼ਨਾਂ ਦੇ ਨਾਮ ਬਦਲਣੇ ਆਦਿ ਹੋਰ ਬਹੁਤ ਸਾਰੇ ਅਜਿਹੇ ਮੁੱਦਿਆਂ ਰਾਹੀਂ ਵੋਟ ਬੈਂਕ ਖਾਤਰ ਲੋਕਾਂ ਦੇ ਧਾਰਮਿਕ ਜਜ਼ਬਾਤਾਂ ਨੂੰ ਨਹੀਂ ਹਲੂਣਿਆ ਜਾ ਰਿਹਾ? ਕੀ ਇਹਨਾਂ ਵਿਵਾਦਾਂ ਦਾ ਸਿਆਸੀ ਖੇਤਰ ਤੋਂ ਪਰੇ ਕੋਈ ਹੱਲ ਨਹੀਂ ਹੈ? ਕਿ ਮੁਲਕ ਵਿੱਚ ਧਰਮ ਦੇ ਨਾਂ ਤੇ ਹੁੰਦੀਆਂ ਹਜ਼ੂਮੀ ਵਾਰਦਾਤਾਂ ਸਿਆਸਤ ਤੋਂ ਪ੍ਰੇਰਿਤ ਨਹੀਂ ਹਨ? ਮੁਲਕ ਦੀ ਮਨੁੱਖੀ ਸ਼ਕਤੀ ਤੋਂ ਸੁਚੱਜਾ ਕੰਮ ਲੈਣ ਦੀ ਥਾਂ ਰਾਜਸੀ ਪਾਰਟੀਆਂ ਸਿਆਸਤ ਅਤੇ ਧਰਮ ਨੂੰ ਕੋਝੇ ਢੰਗ ਨਾਲ ਰਲਗੜ ਕਰਕੇ ਆਪਣੇ ਵੋਟ ਬੈਂਕ ਨੂੰ ਮਜ਼ਬੂਤ ਕਰ ਰਹੀਆਂ ਨੇ। ਸੱਤਾ ਵਿੱਚ ਟਿਕੇ ਰਹਿਣ ਜਾਂ ਪ੍ਰਾਪਤ ਕਰਨ ਦੇ ਲਈ ਲੋਕਾਂ ਦੇ ਧਾਰਮਿਕ ਜਜ਼ਬਾਤ ਭੜਕਾਏ ਜਾ ਰਹੇ ਨੇ, ਜਾਂ ਕਹਿ ਲਈਏ ਕਿ ਉਹਨਾਂ ਜਜ਼ਬਾਤਾਂ ਦੀ ਪ੍ਰੀਖਿਆ ਲਈ ਜਾ ਰਹੀ ਹੈ। ਅਜਿਹੀ ਹੀ ਇੱਕ ਪ੍ਰੀਖਿਆ ਸਿੱਖਾਂ ਦੇ ਅਦਬ, ਸਤਿਕਾਰ, ਪਿਆਰ ਅਤੇ ਜਜ਼ਬਾਤਾਂ ਦੀ ਹੁਣ ਨਿਕਲ ਕੇ ਸਾਹਮਣੇ ਆਈ ਹੈ। ਗੱਲ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ। ਅਸੀਂ ਸਭ ਜਾਣਦੇ ਹਾਂ ਸਾਲ 2007 ਵਿੱਚ ਸ਼ੁਰੂ ਹੋਈ ਜਿੱਤਾਂ ਦੇ ਸਿਲਸਿਲੇ ਨੇ ਸੁਖਬੀਰ ਬਾਦਲ ਨੂੰ ਵੱਡੇ ਸਿਆਸੀ ਮੁਕਾਮ ਤੇ ਪਹੁੰਚਾ ਦਿੱਤਾ। ਇਸ ਤੋਂ ਬਾਅਦ ਸੁਖਬੀਰ ਬਾਦਲ ਹੀ ਸ਼੍ਰੋਮਣੀ ਅਕਾਲੀ ਦਲ ਬਣ ਗਏ। ਪਰ ਸਾਲ 2017 ਵਿਧਾਨ ਸਭਾ ਚੋਣਾਂ ਹਾਰਨ ਮਗਰੋਂ ਅਕਾਲੀ ਦਲ ਨੂੰ ਕੋਈ ਵੀ ਜਿੱਤ ਨਸੀਬ ਨਹੀਂ ਹੋਈ। ਉਲਟਾ ਵੱਡੇ ਟਕਸਾਲੀ ਲੀਡਰ ਇੱਕ ਕਰਕੇ ਪਾਰਟੀ ਛੱਡ ਗਏ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੁਖਬੀਰ ਬਾਦਲ ਵੀ ਵੱਡੇ ਸੰਕਟ ਵਿੱਚ ਘਿਰੇ ਗਏ। ਤੇ ਸਿਆਸੀ ਮਾਹਰ ਅਜੇ ਵੀ ਸਮਝਦੇ ਨੇ ਕਿ ਸੁਖਬੀਰ ਬਾਦਲ ਨੂੰ ਲੰਬੇ ਕੀਤੇ ਬਗੈਰ ਪਾਰਟੀ ਦਾ ਉੱਭਰਨਾ ਸੰਭਵ ਨਹੀਂ। ਪਦਮ ਭੂਸ਼ਣ ਅਵਾਰਡ ਨਾਲ ਸਨਮਾਨਿਤ ਢੀਂਡਸਾ ਦਾ ਕਹਿਣਾ ਹੈ ਕਿ ਲੋਕ ਅਕਾਲੀ ਦਲ ਦੇ ਖਿਲਾਫ ਨਹੀਂ, ਸਗੋਂ ਕੁਝ ਨੇਤਾਵਾਂ ਦੇ ਖਿਲਾਫ ਨੇ। ਹਟ ਕੇ ਉਹ ਕਹਿ ਚੁੱਕੇ ਨੇ ਕਿ ਜੇਕਰ ਉਹ ਨੇਤਾ ਪਿੱਛੇ ਹਟ ਜਾਣ ਤਾਂ ਅਕਾਲੀ ਦਲ ਫਿਰ ਖੜਾ ਹੋ ਸਕਦਾ ਹੈ। ਪਰ ਜੇ ਮੌਜੂਦਾ ਸਥਿਤੀ ਦੀ ਗੱਲ ਕਰੀਏ ਤਾਂ ਅਕਾਲੀ ਦਲ ਦੇ ਮੁੜ ਖੜੇ ਹੋਣ ਦੇ ਨਾਲ ਭਾਜਪਾ ਅਕਾਲੀ ਗਠਬੰਧਨ ਨੂੰ ਜੋੜੇ ਰੱਖਣਾ ਵੀ ਇਹਨਾਂ ਦੋਵਾਂ ਪਾਰਟੀਆਂ ਦੇ ਲਈ ਇੱਕ ਵੱਡਾ ਚੈਲੰਜ ਬਣ ਗਿਆ ਹੈ ਕਿ ਲੋਕ ਅਕਾਲੀ ਦਲ ਦੇ ਖਿਲਾਫ ਨਹੀਂ, ਸਗੋਂ ਕੁਝ ਨੇਤਾਵਾਂ ਦੇ ਖਿਲਾਫ ਨੇ। ਅਸੀਂ ਸਭ ਜਾਣਦੇ ਹਾਂ ਕਿ ਅਕਾਲੀ ਦਲ ਸੰਘਰਸ਼ ਵਿੱਚੋਂ ਪੈਦਾ ਹੋਈ ਇੱਕ ਬਹੁਤ ਵੱਡੀ ਪਾਰਟੀ ਹੈ, ਪਰ ਇਸ ਵੇਲੇ ਅਕਾਲੀ ਦਲ ਔਖੀਆਂ ਘੜੀਆਂ ਵਿੱਚੋਂ ਲੰਘ ਰਿਹਾ ਹੈ। 10 ਵਰ੍ਹੇ ਲਗਾਤਾਰ ਸੱਤਾ ਵਿੱਚ ਰਹਿਣ ਕਾਰਨ ਪਾਰਟੀ ਵਿੱਚ ਪਰਿਵਾਰਵਾਦ ਮਜ਼ਬੂਤ ਹੋਇਆ ਅਤੇ ਅਕਾਲੀ ਦਲ ਦੇ ਟਕਸਾਲੀ ਲੀਡਰਾਂ, ਜਿਨ੍ਹਾਂ ਨੂੰ ਆਮ ਲੋਕ ਜਥੇਦਾਰ ਜਿਹੇ ਨਿੱਘੇ ਭਰੇ ਰੁਤਬੇ ਦੇ ਨਾਲ ਨਵਾਜ਼ਦੇ ਆਏ ਹਨ, ਦੀ ਪਾਰਟੀ ਤੇ ਪਕੜ ਢਿੱਲੀ ਹੋ ਗਈ। ਪਰ ਗੱਲ ਪਾਰਟੀ ਤੇ ਪਕੜ ਦੀ ਨਹੀਂ,
सगों गठजोड़ दी है जो आरोपां प्रतिरोपां की भेट चढ़न के लिए मजबूरियां की चौखट से दस्तक दे रही है। पार्टी विच परिवारवाद मजबूत होया अते अकाली दल के टकसाली लीडरां जिन्हां नूं आम लोग जत्थेदार जिहे निक्के भरे रुतबे दे नाल नवाजदे आए हन दी पार्टी ते पकड़ ढिल्ली हो गई। पर गल पार्टी ते पकड़ दी नहीं सगों गठजोड़ दी है जो आरोपां प्रतिरोपां की भेट चढ़न के लिए मजबूरियां की चौखट से दस्तक दे रही है। महाराष्ट्र विच शिवसेना ते उत्तर प्रदेश विच ओपी राजभर दी पार्टी दे बगावती तेवरा मगरों हुण पंजाब च बीजेपी नूं सहयोगी पार्टी श्रोमणी अकाली दल ने अखां विखाउणियां शुरू कर दित्तियां ने। अकाली दल के नेता मनजिंदर सिंह सिरसा ने ट्वीट कर अमित शाह नूं चेतावनी भरे लहजे च कहा कि गुरुद्वारियां विच केंद्र दा दखल बीजेपी ते अकाली दल च टकराव पैदा कर सकता है। सिरसा ने ट्वीट किया कि केंद्रीय सरकार वालों गुरुद्वारे विच लगातार अड़चन पैदा करने के कारण भारत ते पूरी दुनिया विच घट गिनती सिखां विच असुरक्षा की भावना पैदा हो रही है, चाहे वह पटना साहिब होवे या हजूर साहिब। उन्होंने लिखा, मैं अमित शाह नूं अपील करदा कि इस तो पहला यह मुद्दा बीजेपी ते अकाली दल दरमियान टकराव का कारण बने, इस वल ध्यान दिता जाए। इस ट्वीट तो बाद सिरसा मीडिया के सामने भी आई। तकलीफ हो रही सानू बहुत ज्यादा और किसी भी सिख नूं ये बर्दाश्त नहीं हो सकता कि इस तरीके दे नाल सरकारां उहदे अंदर अपना दखलअंदाजी करन, सरकारां तुहाडे एक्ट नूं बदलण दी कोशिश करन। जदों गोरे डंडे नाल राज करदे सी इस मुल्क अंदर उदों भी सिखां ते राज नहीं कर सके सी। आउंदियां लोक सभा चोणां तो पहला सिरसा ने बेहद अहम बयान दे दिता। इस बयान के पिछे मंशा कुछ भी होवे पर इस नूं क्रिया की प्रतिक्रिया भी किया जा रहा है अते अजिही प्रतिक्रिया पिछे मंशा 2019 भी मन्नी जा रही है। दरअसल मसला हजूर साहब च प्रधान की चोण नूं लैके सामने आया। हजूर साहब मैनेजमेंट बोर्ड दे विच 17 मैंबर ने जिन्हां च कुछ मैंबर बोर्ड वल्लों, कुछ मैंबर सरकार वल्लों ते कुछ मैंबर SGPC वल्लों नामजद किए जाते सन। ये सारे मैंबर मिलके प्रधान की चोण करते सन पर पिछले दिन ही महाराष्ट्र सरकार वल्लों नांदेड़ साहिब मैनेजमेंट बोर्ड के कानून विच सोध कर प्रधान चुनन के सारे अधिकार सरकार नूं दे दिते गए, जिस तो बाद अकाली दल इसका विरोध कर रहा है और महाराष्ट्र सरकार के इस फैसले नूं सिख संस्थावां च सिद्धी दखल अंदाजी करार दे रहा है। हालांकि जो अकाली दल के प्रधान सुखबीर सिंह बादल तो इस बाबत पूछा तो उन्होंने गोलमोल जवाब दे दिता पर गठजोड़ नूं लैके कोई टिप्पणी नहीं की। हजूर साहब जिहड़ा होया जिथे महाराष्ट्र गवर्नमेंट ने जिहड़ा उन्होंने एक्ट चेंज करके जिहड़ा उन्होंने कहा कि डायरैक्ट प्रेजिडेंट बनया करूगा, वो इट इज़ वेरी सैड, इट इज़ क्लीयरली इंटरफेरेंस। असी मैं जिहड़ा महाराष्ट्र चीफ मिनिस्टर नूं क्लीयरली गल कीती है कि सिख कम्यूनिटी विल नॉट टॉलरेट दिस, क्योंकि आ जिहड़े एक्ट बने हैं इंडिपेंडेंट पूरे पार्लीमेंट दे एक्ट है जिथे थ्रू इलैक्शंस मैंबर चुने जाते हैं, फिर मैंबर चुनते हैं एंड आई होप ही टेक द रेक्टिफाइड। एनडीए की सहयोगी पार्टी अकाली दल ते बीजेपी विचाले तकरार हौली हौली सामने आई। बजट सैशन संबंधी एनडीए वालों बुलाई गई बैठक च भी अकाली दल ने इस तो दूरी बनाई रखी। हालांकि इस बैठक में शामिल ना होने तो बाद भी बीजेपी ते अकाली दल के आला लीडर वालों कोई वधिया सफाई नहीं आई। दोवां पार्टियां दे लीडरां ने इस नूं संजोग करार दिता। गल अजे मुक्की नहीं, सगों आरोपां ते प्रतिरोपां दा दौर रुकिया नहीं, वधदा ही गया। बीजेपी की सरपरस्त RSS ने श्रोमणी अकाली दल के पंथक रुतबे नूं भी चुनौती दी। राष्ट्रीय स्वयं सेवक संघ के संगठन राष्ट्रीय सिख संगत ने श्रोमणी अकाली दल ते इल्जाम लाया कि वह अपने सियासी हितां दे लई धार्मिक स्थानां दी वरतों करदी है। राष्ट्रीय सिख संगत ने अकाली दल नूं इत्थे तक भी सूई चबो दित्ती कि अकाली दल ने सियासी हित दे वास्ते डेरा सिरसा मुखी नूं रातों रात जत्थेदार दे दबाव पाके मुआफी दवा दित्ती सी। इन्ना नहीं, राष्ट्रीय सिख संगत के कौमी जनरल सकत्तर डॉक्टर अवतार सिंह शास्त्री ने अकाली विधायक मनजिंदर सिंह सिरसा वालों बीजेपी खिलाफ दिते बयान ते इतराज जताउंदे आख्या कि सिरसा नूं आलोचना करन दा कोई नैतिक हक नहीं।
उन्होंने आख्या कि सिख मुद्दों ते काम करन दा सिर्फ श्रोमणी अकाली दल दे कोई एकाधिकार नहीं है। उन्होंने इल्जाम लाया कि अकाली दल ने हमेशा अपने सियासी हितां दे लई धार्मिक अस्थानां दी वरतों कीती है। उधर दूजे पासे श्रोमणी गुरुद्वारा प्रबंधक कमेटी के प्रधान भाई गोबिंद सिंह लोंगोवाल ने भी महाराष्ट्र सरकार वालों तख्त श्री हजूर साहब के प्रबंधों में दखल ते राष्ट्रीय सिख संगत के जनरल सकत्तर अवतार सिंह शास्त्री के बयानों की सख्त शब्दों में निंदा की। बड़े अफसोस नाल कहना पैंदा है कि उत्थों की जिहड़ी महाराष्ट्र की सरकार है उन्हें अपनी दखलअंदाजी जिहड़ी है उहदे विच कीती है, उहदे लई सारी सिख कौम दे विच बहुत बड़ा रोस पाया जा रहा है। और श्रोमणी गुरुद्वारा प्रबंधक कमेटी वालों भी देश के प्रधानमंत्री नरेंद्र मोदी जी नूं और महाराष्ट्र के मुख्यमंत्री जी नूं भी चिट्ठी लिखी गई है। हरसिमरत कौर बादल केंद्रीय मंत्री उन्होंने भी इसी चिट्ठी लिखी है कि ये जिहड़ी दखलअंदाजी है तुरंत बंद होनी चाहिए। भाई लोंगोवाल ने सीधे तौर पर दोष लगाया कि आरएसएस का हिस्सा राष्ट्रीय सिख संगत अपनी मां जत्थेबंदी के इशारे से सिख विरोधी कामों में जुटी हुई है। उन्हें साफ किया कि आरएसएस नूं यह गल नहीं भुलनी चाहिए कि सिख कौम एक वक्री कौम है, इसका अपना इतिहास मर्यादा ते रीति रिवाज हैं। लोंगोवाल ने आरएसएस की टिप्पणी तो बाद देश की आज़ादी के लिए सिखां वालों दित्तियां कुर्बानियां नूं भी याद दिवाया। दूजे पासे इस मुद्दे ते तलखी वाधे वेख पंजाब तो बीजेपी के वड्डे चेहरे भी सामने आए। परिवार वड्डे होण किसी ले मतभेद आ जाता है। मैं समझना सरदार प्रकाश सिंह बादल सब तो करीबी दोस्त रहे ने एनडीए दे, सब तो पुराने साथी रहे ने एनडीए दे। मैं समझना वा कि जिन्ने छोटे मोटे मतभेद ने कमरे सुलझ जाते ने। विरोधी पार्टियां चिंता ना करन, अज धूल चटान दे लई भारतीय जनता पार्टी तो दे सहयोगी 2019 के चुनाव विच आ रहे ने। बेअदबियां तो बाद अकाली दल की पंजाब च पहला ही भद पिट चुकी है। हाल ही च होईयां चोणां च मिली शिकस्त अकाली दल नूं पंजाब च उसका मौजूदा आधार भी दिखा चुकी है। अजिहे च बीजेपी अकाली गठजोड़ के टुटण दी खबरां अकाली दल नूं सख्ते च पा सकदियां ने। पर यह कोई नवा मामला नहीं जदों अकाली दल के कुछ मैंबरां ने तलखी विखाई होवे अते सिखरली लीडरशिप गोलमोल जवाब दे रही होवे। इस तो पहला भी लंगरां ते जीएसटी लगन के मुद्दे ने दोहां पार्टियां के नेतावां च तलखियां वधा दित्तियां सन, पर अकाली दल वालों बजारत छड्डी नहीं गई। अज भी पार्टी बजारत छड्डण दे मूड च नहीं, जबकि आरपी सिंह ने खुली चेतावनी दे दी। ये अपने लीडर नाल गल करन तो पहले रैंस तोड़न दी गल, इन्नी वड्डी गल करन तो पहले सुखबीर सिंह बादल और हरसिमरत कौर बादल नाल गल करन और रैंस तोड़ने तो पहले सरकार तो बाहर आना, अगर इन्नी गल करनी है। ये इस करके कारण है कि इन्होंने वोट लैनियां ने। अगर उन्होंने बयान मुख्यमंत्री का बयान इदा गल करेंगे तो मेरा कहना है सिर्फ अपनी वोट बैंक की राजनीति करके कि कुछ समय लिए पंजाब के वोट लेने या किसी पर्टिकुलर कम्युनिटी वोट लेने, इस करके हुण विचार करने वाली गल यह है कि इस नूं मास दे कहे जाने वाले रिश्ते नूं चुनौतियां दोवां पक्षों क्यों मिलियां? क्यों सिरसा ते आरपी सिंह खुल के मीडिया सामने आए? क्यों लोंगोवाल ते राष्ट्रीय सिख संगत के कौमी जनरल सकत्तर डॉक्टर अवतार शास्त्री एक दूजे ते आरोप प्रतिरोप लगा रहे ने कि इस विच मामला 2019 लोक सभा दा है कि भाजपा पंजाब च अकाली दल वालों अपने गुआ रहे वकार नूं लैके चिंता च है कि बीते बेअदबियां दा सेक अकाली दल दे नाल बीजेपी नूं भी सता ते डरा रहा है। हालांकि इसका जवाब चोणां नेड़े मिल सकता है, पर आरएसएस ते लगे गंभीर आरोप अपने आप च कुछ कह जरूर रहे ने। बंदा कोई भी संस्था भावें आरएसएस होए जां कोई होर होवे साडे गुरु धामां दे उत्ते जिहड़ा कब्जा करे जां उत्थे दखलअंदाजी देवे, ये कदाचित भी सिख कौम कभी भी बर्दाश्त नहीं करेगी। अकाली दल ने अपने सहयोगी एनडीए की बैठक का बाईकाट किया और धमकी दी कि जेकर मंगां ना मन्नियां गईयां तां ओह पार्टी तो वख हो सकते हैं। श्रोमणी अकाली दल के सीनियर आगू और राज्य सभा के मैंबर नरेश गुजराल ने भी अपना बयान दिता कि भाजपा नेतावां ने उन्होंने पार्टी के लिए कुछ नहीं किया। उन्होंने कहा कि भाजपा नूं पार्टी के धार्मिक मसलिਆਂ तो दूर रहने के लिए कहा गया सी। इस तो इलावा उन्होंने कहा कि वह भाजपा के कुछ नेतावां की बयानबाजी तो भी नाराज ने, जिन्हां करके घट गिनती भाईचारे च डर का माहौल है। दूजे पासे कैबिनेट मंत्री हरसिमरत बादल की खाने की दावत ते सीनियर भाजपा मंत्री मौजूद सन। 23 जनवरी नूं केंद्रीय मंत्री और अकाली आगू हरसिमरत कौर बादल ने महाराष्ट्र के मुख्यमंत्री देवेंद्र फडणवीस नूं ट्विटर राही बेनती की सी कि एक्ट विच सोध ना की जाए। हरसिमरत के ट्वीट के जवाब में देवेंद्र फडणवीस ने भी ट्वीट करके कहा सी कि काफी सलाह मशवरा करने तो बाद सरकार ने तय किया
कि इस ਸੋਧ ਨੂੰ ਸਰਦ ਰੁੱਤ ਇਜਲਾਸ ਦੌਰਾਨ ਨਹੀਂ ਲਿਆਇਆ ਜਾਵੇਗਾ। ਉਹਨਾਂ ਲਿਖਿਆ ਕਿ ਤੁਸੀਂ ਅਫਵਾਹਾਂ ਤੇ ਭਰੋਸਾ ਨਾ ਕਰੋ। ਭਾਜਪਾ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੀ ਹੈ। ਚਲੋ ਝਾਤ ਮਾਰਦੇ ਹਾਂ ਅਕਾਲੀ ਦਲ ਅਤੇ ਬੀਜੇਪੀ 'ਚ ਪਹਿਲੇ ਹੋਏ ਇੱਕ ਵੱਡੇ ਵਿਵਾਦ ਤੇ। ਲੰਗਰ ਤੋਂ GST ਹਟਾਉਣ ਨੂੰ ਲੈ ਕੇ ਕਾਫੀ ਸਮੇਂ ਤੋਂ ਰੌਲਾ ਰੱਪਾ ਪੈਂਦਾ ਰਿਹਾ। ਪੰਜਾਬ ਕਾਂਗਰਸ, ਅਕਾਲੀ ਦਲ ਸਮੇਤ ਹੋਰ ਸਿੱਖ ਜਥੇਬੰਦੀਆਂ ਵੱਲੋਂ ਲਗਾਤਾਰ ਇਸ ਦਾ ਵਿਰੋਧ ਵੀ ਕੀਤਾ ਗਿਆ। ਪਰ ਇੱਕ ਵੇਲਾ ਉਹ ਆਇਆ ਜਦੋਂ ਕੇਂਦਰੀ ਵਿੱਤ ਮੰਤਰਾਲੇ ਨੇ ਇਹ ਸਾਫ਼ ਕਰ ਦਿੱਤਾ ਕਿ ਉਸ ਵੱਲੋਂ ਗੁਰਦੁਆਰਿਆਂ ਵਿੱਚ ਲੰਗਰ ਲਈ ਖਰੀਦੇ ਜਾਣ ਵਾਲੇ ਸਮਾਨ ਤੇ GST ਵਿੱਚ ਕੋਈ ਛੋਟ ਨਹੀਂ ਦਿੱਤੀ ਜਾਵੇਗੀ। ਵਿੱਤ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਗੁਰਦੁਆਰਿਆਂ ਦੇ ਨਾਲ ਜੁੜੇ ਇਸ ਮਸਲੇ ਤੇ ਕਈ ਰਾਜਨੀਤਿਕ ਦਲ ਇਹ ਮੰਗ ਕਰ ਰਹੇ ਨੇ ਕਿ ਲੰਗਰ ਲਈ ਖਰੀਦੇ ਜਾਣ ਵਾਲੇ ਸਮਾਨ ਤੋਂ GST ਹਟਾਇਆ ਜਾਣਾ ਚਾਹੀਦਾ ਹੈ, ਕਿਉਂਕਿ ਲੰਗਰ ਵਿੱਚ ਲੱਖਾਂ ਲੋਕ ਮੁਫਤ ਖਾਣਾ ਖਾਂਦੇ ਨੇ। ਇੱਥੇ ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾ ਸਕਦਾ। ਇਸ ਤੇ ਵਿੱਤ ਮੰਤਰਾਲੇ ਦਾ ਕਹਿਣਾ ਸੀ ਕਿ ਇਸ 'ਚ ਕਈ ਵਿਵਹਾਰਕ ਔਕੜਾਂ ਨੇ, ਇਸ ਦੇ ਲਈ ਇਸ ਨੂੰ ਮੰਨਿਆ ਨਹੀਂ ਜਾ ਸਕਦਾ। ਸੋ ਇਸ ਪੂਰੇ ਮਸਲੇ ਤੋਂ ਬਾਅਦ ਸਿਆਸਤ ਭਖਦੀ ਰਹੀ। ਕਾਂਗਰਸ ਵੀ ਅਕਾਲੀ ਦਲ ਦੀ ਨੇਤਾ ਹਰਸਿਮਰਤ ਤੇ ਤਿੱਖਾ ਹਮਲਾ ਕਰਦੀ ਰਹੀ ਕਿ ਜੇਕਰ ਉਹ ਵਾਕਈ ਲੰਗਰ ਤੇ GST ਹਟਾਉਣ ਨੂੰ ਲੈ ਕੇ ਗੰਭੀਰ ਹੈ ਤਾਂ ਸਰਕਾਰ ਤੋਂ ਬਾਹਰ ਆ ਕੇ ਆਪਣਾ ਵਿਰੋਧ ਦਰਜ ਕਿਉਂ ਨਹੀਂ ਕਰਵਾਉਂਦੇ। ਉਧਰ ਕੇਂਦਰ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਸ ਦੀ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ ਇਸ ਨੂੰ ਪ੍ਰਮਾਣਿਤ ਕੌਣ ਕਰੇਗਾ ਕਿ ਜੋ ਸਮਾਨ ਗੁਰਦੁਆਰਿਆਂ ਦੇ ਲੰਗਰ ਦੇ ਨਾਮ ਤੇ ਭੇਜਿਆ ਗਿਆ ਹੈ ਅਤੇ ਉਹ ਸਮਾਨ ਲੰਗਰ ਲਈ ਵਰਤਿਆ ਗਿਆ ਜਾਂ ਕਿਤੇ ਹੋਰ ਵਰਤਿਆ ਜਾ ਰਿਹਾ ਹੈ। ਵਿੱਤ ਮੰਤਰਾਲੇ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਹ ਸੌਖੇ ਤਰੀਕੇ ਦੇ ਨਾਲ ਇੱਕ ਚੋਰੀ ਕਰਨ ਦਾ ਜ਼ਰੀਆ ਬਣ ਸਕਦਾ ਹੈ। SGPC ਦੇ ਵਫਦ ਨੇ ਦਿੱਲੀ 'ਚ ਕੇਂਦਰ ਨਾਲ ਮੁਲਾਕਾਤ ਵੀ ਕੀਤੀ। ਹਰਸਿਮਰਤ ਕੌਰ ਬਾਦਲ ਨੇ ਵੀ ਮੁੱਦਾ ਚੁੱਕਿਆ। ਕਾਫੀ ਸਮੇਂ ਤੱਕ ਇਹ ਸਭ ਚੱਲਦਾ ਰਿਹਾ ਪਰ ਕੋਈ ਨਤੀਜਾ ਨਹੀਂ ਨਿਕਲਿਆ। ਇਸੇ ਦੌਰਾਨ ਉਸ ਸਮੇਂ ਦੇ SGPC ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਦਾ ਵੀ ਬਿਆਨ ਨਿਕਲ ਕੇ ਸਾਹਮਣੇ ਆਇਆ ਕਿ ਮੋਦੀ ਸਰਕਾਰ ਨੇ ਸਿੱਖਾਂ ਤੇ ਜਜੀਆ ਲਾਇਆ ਹੈ। ਜਜੀਆ ਉਹ ਟੈਕਸ ਸੀ ਜਿਹੜਾ ਔਰੰਗਜ਼ੇਬ ਨੇ ਹਿੰਦੂਆਂ ਦੇ ਧਾਰਮਿਕ ਸਥਾਨਾਂ ਤੇ ਜਾਣ ਦੇ ਲਈ ਲਗਾਇਆ ਹੋਇਆ ਸੀ। ਬਡੂੰਗਰ ਦੇ ਬਿਆਨ ਤੇ BJP ਵਿੱਚ ਬਹੁਤ ਰੋਸ ਵੇਖਿਆ ਗਿਆ, ਜਿਸ ਤੋਂ ਬਾਅਦ ਕਿਰਪਾਲ ਸਿੰਘ ਬਡੂੰਗਰ ਨੂੰ ਅਗਲੀ ਵਾਰ ਪ੍ਰਧਾਨਗੀ ਦੀ ਚੋਣ ਲੜਨ ਦਾ ਮੌਕਾ ਨਹੀਂ ਮਿਲਿਆ। ਕਈ ਮਹੀਨੇ ਤੱਕ ਇਹ ਮੁੱਦਾ ਭਖਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਕਈ ਮਹੀਨੇ ਇਹ ਮੁੱਦਾ ਭਖਦਾ ਰਿਹਾ। ਆਖਿਰਕਾਰ ਲੰਗਰ ਦੇ ਉੱਤੋਂ GST ਹਟਾ ਲਿੱਤੀ ਗਈ। ਸੋ ਕੁੱਲ ਮਿਲਾ ਜੁਲਾ ਕੇ ਹੁਣ ਕੀ ਸਮਝਿਆ ਜਾਵੇ ਕਿ BJP ਅਕਾਲੀ ਦਲ ਵੱਲੋਂ ਤਰੇੜੀਆਂ ਅੱਖਾਂ ਵੱਲੋਂ ਡਰ ਗਈ ਹੈ ਜਾਂ ਅਕਾਲੀ ਦਲ ਦੇ ਨਾਲ ਆਗਾਮੀ ਚੋਣਾਂ ਉਸ ਦੀ ਵੱਡੀ ਮਜਬੂਰੀ ਹੈ। ਫਿਲਹਾਲ ਇਸ ਭੇਦ ਤੋਂ ਪਰਦਾ ਚੋਣਾਂ ਲਾਗੇ ਉੱਠਣ ਦੀ ਸੰਭਾਵਨਾ ਹੈ। ਨੀਰਜ ਬੱਲ, ਨਿਊਜ਼ 18 ਪੰਜਾਬ।